ਸਿੱਖ ਧਰਮ ਦੇ ਉੱਪਰ ਜਿਹੜਾ ਇਸ ਤਰੀਕੇ ਦੇ ਨਾਲ ਟਿੱਪਣੀ ਕੀਤੀ ਜਾ ਰਹੀ ਹੈ ਕਿਰਨ ਬੇਦੀ ਦੇ ਵੱਲੋਂ, ਕਿਵੇਂ ਦੇਖਦੇ ਹੋ? ਫਿਤਰਤ ਹੈ ਹਿੰਦੂ ਸਮਾਜ ਦੀ ਅੱਜ ਨਹੀਂ ਸਦੀਆਂ ਤੋਂ ਕਿ ਇਹ ਕਿਸੇ ਵੀ ਧਰਮ ਨੂੰ ਬਰਦਾਸ਼ਤ ਨਹੀਂ ਕਰਦਾ। ਬਾਰ-ਬਾਰ ਹਿੰਦੂ ਸ਼ਬਦ ਵਰਤ ਰਹੇ ਹੋ, ਹਿੰਦੂ ਧਰਮ ਦਾ ਕਸੂਰ ਕੀ? ਕਿਉਂਕਿ ਇੱਕ ਸ਼ਖਸ ਵੱਲੋਂ ਸਵਾਲ ਚੁੱਕੇ ਜਾਂਦੇ, ਇੱਕ ਸ਼ਖਸ ਵੱਲੋਂ ਸਵਾਲੀਆ ਚਿੰਨ੍ਹ ਲਾਏ ਜਾਂਦੇ, ਤਾਂ ਪਰ ਪੂਰੇ ਹਿੰਦੂ ਧਰਮ ਨੂੰ ਕਿਉਂ ਟਾਰਗੇਟ? ਹਿੰਦੂ ਧਰਮ ਨੂੰ ਇਸ ਲਈ ਮੈਂ ਹਿੰਦੂ ਕਹਿ ਰਿਹਾ ਕਿ ਲਾਉਣ ਵਾਲਾ ਤਾਂ ਹਿੰਦੂ ਹੈ ਨਾ, ਤੇ ਹਿੰਦੂਆਂ ਦੇ ਜਿਹੜੇ ਇਸ ਟਾਈਮ ਆਗੂ ਨੇ, ਧਾਰਮਿਕ ਆਗੂ ਨੇ, ਉਹਨਾਂ ਨੂੰ ਉਸੇ ਟਾਈਮ ਉਸ ਬੰਦੇ ਨੂੰ ਪਨਿਸ਼ਮੈਂਟ ਸਜ਼ਾ ਦੇਣੀ ਚਾਹੀਦੀ ਸੀ, ਇਹਦੀ ਨਿੰਦਿਆ ਕਰਨੀ ਚਾਹੀਦੀ ਸੀ, ਮਾਫੀ ਮੰਗਣੀ ਚਾਹੀਦੀ ਸੀ, ਫਿਰ ਮੈਂ ਨਾ ਸ਼ਬਦ ਵਰਤਦਾ। ਹਿੰਦੂ ਧਰਮ ਦੇ ਏਜੰਡੇ ਦੇ ਵਿੱਚ ਇਹਨਾਂ ਦੀ ਔਰੰਗਜ਼ੇਬ ਵਾਲੀ ਨੀਤੀ ਹੈ ਕਿ ਅਸੀਂ, ਜਿਵੇਂ ਉਹ ਕਹਿੰਦੇ ਸੀ ਕਿ ਮੈਂ ਬ੍ਰਾਹਮਣ ਖਤਮ ਕਰਕੇ ਮੁਸਲਿਮ ਸਮਾਜ ਬਣਾ ਦੇਣਾ, ਤੇ ਇਹ ਚਾਹੁੰਦੇ ਆ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦੇਣਾ, ਤੇ ਉਹਦੇ ਵਿੱਚ ਅੱਜ ਹੀ ਧਾਰੀ ਬੈਠੇ ਆ ਕਿ ਅਸੀਂ ਮੁਸਲਿਮ ਸਮਾਜ ਖਤਮ ਕਰ ਦੇਣਾ, ਸਾਰੇ ਮੁਸਲਿਮ ਜਿਹੜੇ ਨੇ ਹਿੰਦੂ ਬਣ ਜਾਣਗੇ, ਜਿਵੇਂ ਕਦੇ ਹਿੰਦੂਆਂ ਤੋਂ ਮੁਸਲਮਾਨ ਬਣੇ ਸੀ। ਇਹਨਾਂ ਨੇ ਸਾਨੂੰ 47 ਚ ਕਰਨ ਤੋਂ ਬਾਅਦ ਸਾਨੂੰ ਵਰਤਿਆ, ਔਰ ਸਾਨੂੰ ਜਦੋਂ ਅਸੀਂ ਵਿਹਲੇ ਹੁੰਦੇ ਹਾਂ ਧਿਆਨੇ ਲਾਉਣ ਲਈ, ਜਿਵੇਂ ਇਹਨਾਂ ਨੇ 35 ਸੱਟੇ 48 ਦੇ ਵਿੱਚ ਸੰਵਿਧਾਨ ਲਿਖਿਆ ਤੇ ਉਹਦੇ 'ਚ ਧਾਰਾ 25 ਪਾਤੀ ਕਿ ਸਿੱਖ ਵੱਖਰੀ ਕੌਮ ਹੀ ਨਹੀਂ, ਇਹ ਕਿਸੇ ਤਾਰੀ ਹਿੰਦੂ ਹੈ। ਹਿੰਦੁਸਤਾਨ ਦੇ ਸੰਵਿਧਾਨ ਤੇ ਜਿਹੜੇ ਕੌਮ ਤੇ ਸਿੱਖ ਦੇ ਲੀਡਰ ਦੇ ਸਾਈਨ ਹੋਣੇ ਸੀ, ਸਾਡੇ ਲੀਡਰਾਂ ਨੇ ਸਾਈਨ ਨਹੀਂ ਕੀਤੇ ਕਿ ਸਾਨੂੰ ਇਹ ਸੰਵਿਧਾਨ ਮਨਜ਼ੂਰ ਨਹੀਂ। ਪਰ ਅਸੀਂ ਮੰਨੀ ਜਾਂਦੇ ਹਾਂ ਸੰਵਿਧਾਨ ਨੂੰ, ਸਾਡੇ ਵੱਡਿਆਂ ਨੇ ਸਾਈਨ ਨਹੀਂ ਕੀਤੇ, ਪਰ ਅਸੀਂ ਸੰਵਿਧਾਨ ਨੂੰ ਮੰਨ ਲਿਆ। ਇਹ ਸਾਡੇ ਲੀਡਰਾਂ ਦੀ ਮੂਰਖਤਾ ਹੈ। TV 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਣਾ ਹਾਂ। ਹਜ਼ਰਤ ਮੁਹੰਮਦ ਸਾਹਿਬ ਦੇ ਉੱਪਰ ਵਿਵਾਦਤ ਟਿੱਪਣੀ ਕਰਨ ਤੋਂ ਬਾਅਦ ਲਗਾਤਾਰ ਹੋਰ ਧਰਮਾਂ ਦੇ ਵਿੱਚ ਵੀ ਜਿਹੜੇ ਘੱਟ ਗਿਣਤੀ ਹੈ ਪੰਜਾਬ ਦੇ ਜਾਂ ਭਾਰਤ ਦੇ ਵਿੱਚ ਵਸਣ ਵਾਲੇ ਲੋਕ, ਉਹਨਾਂ ਦੇ ਉੱਪਰ ਵੀ ਵਿਵਾਦਤ ਟਿੱਪਣੀਆਂ ਕਿਤੇ ਨਾ ਕਿਤੇ ਕੀਤੀਆਂ ਜਾ ਰਹੀਆਂ ਨੇ। ਤਾਂ ਮੌਜੂਦਾ ਸਮੇਂ ਦੇ ਵਿੱਚ ਕਿਰਨ ਬੇਦੀ ਦੇ ਵੱਲੋਂ ਸਿੱਖ ਧਰਮ ਦੇ ਉੱਪਰ ਜਾਂ ਸਿੱਖਾਂ ਦੇ ਕਿਰਦਾਰ ਦੇ ਉੱਪਰ ਇੱਕ ਵਿਵਾਦਤ ਟਿੱਪਣੀ ਕੀਤੀ ਜਾਂਦੀ ਹੈ, ਤਾਂ ਜਿਸ ਨੂੰ ਲੈ ਕੇ ਲਗਾਤਾਰ ਵਿਵਾਦ ਭਖਿਆ ਹੋਇਆ ਹੈ, ਰੋਸ ਪ੍ਰਦਰਸ਼ਨ ਹੈ ਸਿੱਖਾਂ ਦੇ ਮਨ ਦੇ ਵਿੱਚ। ਤਾਂ ਸਾਡੇ ਨਾਲ ਸਿੱਖ ਕਾਰਕੁਨ ਸਰਦਾਰ ਕੁਲਦੀਪ ਸਿੰਘ ਵਿਰਕ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਰਕ ਸਾਹਿਬ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਹੈ, ਹਜ਼ਰਤ ਮੁਹੰਮਦ ਸਾਹਿਬ ਤੇ ਪਹਿਲਾਂ ਵਿਵਾਦ ਹੋਇਆ ਸੀ, ਉਹਨਾਂ ਦੇ ਉੱਪਰ ਕਿਰਦਾਰ ਦੇ ਉੱਪਰ ਸਵਾਲੀਆ ਚਿੰਨ੍ਹ ਲਾਏ ਗਏ, ਤਾਂ ਮੌਜੂਦਾ ਸਮੇਂ ਦੇ ਵਿੱਚ ਸਿੱਖ ਧਰਮ ਦੇ ਉੱਪਰ ਜਿਹੜਾ ਇਸ ਤਰੀਕੇ ਦੇ ਨਾਲ ਟਿੱਪਣੀ ਕੀਤੀ ਜਾ ਰਹੀ ਹੈ ਕਿਰਨ ਬੇਦੀ ਦੇ ਵੱਲੋਂ, ਕਿਵੇਂ ਦੇਖਦੇ ਹੋ? ਨਜ਼ਰੀਆ ਕੀ ਹੈ? ਦੇਖੋ, ਇਹ ਫਿਤਰਤ ਹੈ ਹਿੰਦੂ ਸਮਾਜ ਦੀ ਅੱਜ ਨਹੀਂ ਸਦੀਆਂ ਤੋਂ ਕਿ ਇਹ ਕਿਸੇ ਵੀ ਧਰਮ ਨੂੰ ਬਰਦਾਸ਼ਤ ਨਹੀਂ ਕਰਦੇ। ਇਹਨਾਂ 'ਚ ਮਾਦਾ ਹੀ ਨਹੀਂ ਹੈ ਕਿ ਕਿਸੇ ਹੋਰ ਗੁਰੂ ਪੀਰ ਧਰਮ ਨੂੰ ਬਰਦਾਸ਼ਤ ਕਰ ਲੈਣ। ਹਜ਼ਰਤ ਮੁਹੰਮਦ ਸਾਹਿਬ ਬਾਰੇ ਬੋਲਣਾ ਇੱਕ ਅਤੀ ਨਿੰਦਣਯੋਗ ਕਾਰਵਾਈ ਹੈ। ਇੱਕ ਪੈਗੰਬਰ ਦੇ ਬਾਰੇ ਬੋਲਣਾ, ਇੱਕ ਹਜ਼ਰਤ ਮੁਹੰਮਦ ਸਾਹਿਬ ਕੋਈ ਕੰਟਰੋਵਰਸ਼ੀਅਲ ਪੈਗੰਬਰ ਨਹੀਂ ਹੋਏ ਕਿ ਉਹਨਾਂ ਦੇ ਉੱਤੇ ਕੋਈ ਕਿੰਤੂ ਪਰੰਤੂ ਕੀਤਾ ਜਾਵੇ। ਇਹ ਪਾਪ ਹੈ, ਇੱਕ ਮਹਾਪਾਪ ਕੀਤਾ ਹੈ ਹਿੰਦੂਆਂ ਨੇ, ਜੋ ਇਹ ਬੋਲੇ ਹੈ ਇਹ ਗਲਤ ਕੀਤਾ, ਇਹਦੀ ਨਿੰਦਾ ਕਰਨੀ ਚਾਹੀਦੀ ਹੈ, ਜਿੰਨੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਹਜ਼ਰਤ ਮੁਹੰਮਦ ਸਾਹਿਬ ਇੱਕ ਪਾਕ ਪਵਿੱਤਰ ਰੂਹ ਸੀਗੀ, ਉਹਨਾਂ ਨੇ ਜੋ ਇੱਕ ਧਰਮ ਚਲਾਇਆ ਹੈ। ਦੇਖੋ, ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ, ਈਸਾਈ ਧਰਮ, ਬੁੱਧ ਧਰਮ, ਹਜ਼ਰਤ ਮੁਹੰਮਦ ਸਾਹਿਬ ਨੇ ਮੁਸਲਿਮ ਧਰਮ ਚਲਾਇਆ, ਗੁਰੂ ਨਾਨਕ ਸਾਹਿਬ ਨੇ ਸਿੱਖ ਪੰਥ ਚਲਾਇਆ। ਇਹ ਜਿਹੜੇ ਪੀਰ ਫਕੀਰ ਹੋਏ ਨੇ, ਅੱਜ ਕੋਈ ਭਗਵਾਨ ਰਾਮ ਬਾਰੇ ਜਾਂ ਭਗਵਾਨ ਕ੍ਰਿਸ਼ਨ ਬਾਰੇ ਕੋਈ ਗਲਤ ਬੋਲੇ ਤਾਂ ਉਹ ਜਿੰਨਾ ਹਿੰਦੂ ਨੂੰ ਪਿੰਚ ਕਰੇਗਾ, ਉਹਦਾ ਹੀ ਉਸ ਤੋਂ ਜ਼ਿਆਦਾ ਜਿਹੜਾ ਇੱਕ ਨੇਕ ਇਨਸਾਨ ਹੈ ਉਹਨੂੰ ਕਰੇਗਾ ਕਿ ਕਿਸੇ ਪੀਰ ਫਕੀਰ ਗੁਰੂ ਬਾਰੇ ਕੋਈ ਗਲਤ ਨਹੀਂ ਬੋਲਣਾ ਚਾਹੀਦਾ। ਇਹਨਾਂ ਨੂੰ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ, ਔਰ ਅਕਲ ਸਿੱਖਣੀ ਚਾਹੀਦੀ ਹੈ ਅੱਗੇ ਵਾਸਤੇ ਕਿ ਕਦੇ ਕਿਸੇ ਵੀ ਧਰਮ ਬਾਰੇ ਇੱਦਾਂ ਦੀ ਗਲਤ ਸ਼ਬਦ ਨਹੀਂ ਬੋਲਣਾ ਚਾਹੀਦਾ। ਔਰ ਇਹਦਾ ਇਹਨਾਂ ਨੂੰ ਰੋਜ਼ਾਨਾ ਕੀ ਭੁਗਤਣਾ ਪਿਆ, ਉਹ ਮੈਂ ਦੱਸਣਾ ਚਾਹੁੰਦਾ ਕਿ 6 ਲੱਖ ਕਰੋੜ ਸ਼ੇਅਰ ਮਾਰਕੀਟ ਮੁੱਦੇ ਮੁੱਢ ਗਈ ਹੈ। 6 ਲੱਖ ਕਰੋੜ ਦਾ ਲਾਸ ਹੋਇਆ ਹੈ ਇੱਕ ਹੀ ਸਟੇਟਮੈਂਟ ਦੇਣ ਨਾਲ। 15 ਦੇਸ਼ਾਂ 'ਚ ਅਰਬ ਕੰਟਰੀ ਨੇ ਇਹਨਾਂ ਦੇ ਉੱਥੋਂ ਬੰਦੇ ਭਜਾਤੇ, ਇਹਨਾਂ ਦੇ ਉੱਥੋਂ ਕਾਰੋਬਾਰ ਠੱਪ ਕਰਾਤੇ। ਉਹ ਕਹਿੰਦੇ ਇੱਥੇ ਅਸੀਂ ਵੜਨ ਵੀ ਨਹੀਂ ਦੇਣਾ ਹਿੰਦੂ ਨੂੰ ਮੁਸਲਿਮ ਕੰਟਰੀ 'ਚ। ਵਿਰਕ ਸਾਹਿਬ, ਬਾਰ-ਬਾਰ ਹਿੰਦੂ ਸ਼ਬਦ ਵਰਤ ਰਹੇ ਹੋ, ਹਿੰਦੂ ਧਰਮ ਦਾ ਕਸੂਰ ਕੀ? ਕਿਉਂਕਿ ਇੱਕ ਸ਼ਖਸ ਵੱਲੋਂ ਸਵਾਲ ਚੁੱਕੇ ਜਾਂਦੇ, ਇੱਕ ਸ਼ਖਸ ਵੱਲੋਂ ਸਵਾਲੀਆ ਚਿੰਨ੍ਹ ਲਾਏ ਜਾਂਦੇ, ਤਾਂ ਪਰ ਪੂਰੇ ਹਿੰਦੂ ਧਰਮ ਨੂੰ ਕਿਉਂ ਟਾਰਗੇਟ? ਹਿੰਦੂ ਧਰਮ ਨੂੰ ਇਸ ਲਈ ਮੈਂ ਹਿੰਦੂ ਕਹਿ ਰਿਹਾ ਕਿ ਲਾਉਣ ਵਾਲਾ ਤਾਂ ਹਿੰਦੂ ਹੈ ਨਾ, ਤੇ ਹਿੰਦੂਆਂ ਦੇ ਜਿਹੜੇ ਇਸ ਟਾਈਮ ਆਗੂ ਨੇ, ਧਾਰਮਿਕ ਆਗੂ ਨੇ, ਉਹਨਾਂ ਨੂੰ ਉਸੇ ਟਾਈਮ ਉਸ ਬੰਦੇ ਨੂੰ ਪਨਿਸ਼ਮੈਂਟ ਸਜ਼ਾ ਦੇਣੀ ਚਾਹੀਦੀ ਸੀ,
ਇਹਦੀ ਨਿੰਦਿਆ ਕਰਨੀ ਚਾਹੀਦੀ ਸੀ, ਮਾਫੀ ਮੰਗਣੀ ਚਾਹੀਦੀ ਸੀ, ਫਿਰ ਮੈਂ ਨਾ ਸ਼ਬਦ ਵਰਤਦਾ। ਇਹ ਇਸ ਲਈ ਵਰਤ ਰਿਹਾ ਕਿ ਇਹਦੇ ਪਿੱਛੇ ਬੜੀ ਵੱਡੀ ਸਾਜ਼ਿਸ਼ ਹੈ। ਇਹ ਏਜੰਸੀਆਂ ਤੇ ਜਿਹੜੇ ਇਹਨਾਂ ਦੇ ਆਗੂ ਹੈ, ਜਿਹੜੇ ਇਹਨਾਂ ਦੇ ਸ਼੍ਰੀ 108 ਬਣੇ ਹੋਏ ਹੈ, ਇਹਨਾਂ ਦੀਆਂ ਚਾਲਾਂ ਨੇ ਕਿ ਮੁਸਲਿਮ ਧਰਮ ਨੂੰ ਬਦਨਾਮ ਕੀਤਾ ਜਾਵੇ, ਕਿ ਉਹ ਹਿੰਦੂ ਰਾਸ਼ਟਰ ਦਾ, ਹਿੰਦੂਤਵ ਦਾ ਏਜੰਡਾ ਲੈ ਕੇ ਚੱਲੇ ਆ। ਹਿੰਦੂਤਵ ਦੇ ਏਜੰਡੇ ਦੇ ਵਿੱਚ ਇਹਨਾਂ ਦੀ ਔਰੰਗਜ਼ੇਬ ਵਾਲੀ ਨੀਤੀ ਹੈ ਕਿ ਅਸੀਂ, ਜਿਵੇਂ ਉਹ ਕਹਿੰਦੇ ਸੀ ਕਿ ਮੈਂ ਬ੍ਰਾਹਮਣ ਖਤਮ ਕਰਕੇ ਮੁਸਲਿਮ ਸਮਾਜ ਬਣਾ ਦੇਣਾ, ਤੇ ਇਹ ਚਾਹੁੰਦੇ ਆ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦੇਣਾ। ਤੇ ਉਹਦੇ ਵਿੱਚ ਅੱਜ ਇਹ ਧਾਰੀ ਬੈਠੇ ਆ ਕਿ ਅਸੀਂ ਮੁਸਲਿਮ ਸਮਾਜ ਖਤਮ ਕਰ ਦੇਣਾ, ਸਾਰੇ ਮੁਸਲਿਮ ਜਿਹੜੇ ਨੇ ਹਿੰਦੂ ਬਣ ਜਾਣਗੇ, ਜਿਵੇਂ ਕਦੇ ਹਿੰਦੂਆਂ ਤੋਂ ਮੁਸਲਮਾਨ ਬਣੇ ਸੀ। ਹਜ਼ਰਤ ਸਾਹਿਬ ਦੇ ਉੱਪਰ ਸਵਾਲੀਆ ਚਿੰਨ੍ਹ ਲਾਉਣ ਤੋਂ ਬਾਅਦ ਸਿੱਖਾਂ ਦੇ ਉੱਪਰ ਵਿਵਾਦਤ ਟਿੱਪਣੀ ਕੀਤੀ ਗਈ ਕਿਰਨ ਬੇਦੀ ਵੱਲੋਂ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ, ਸਿੱਖਾਂ ਦੇ ਉੱਤੇ ਜਿਹੜੀ ਟਿੱਪਣੀ ਕੀਤੀ ਹੈ ਕਿਰਨ ਬੇਦੀ ਨੇ, ਬੜੀ ਮਾੜੀ ਗੱਲ ਹੈ। ਇੱਕ ਸਿੱਖ ਪਰਿਵਾਰ 'ਚ ਵਿਆਹੀ ਹੋਈ, ਬੇਦੀ ਕੁੱਲ 'ਚ ਵਿਆਹੀ ਹੋਈ ਹੈ। ਇਹਦੇ ਘਰ ਵਾਲਾ ਪਤੀ ਤਾਂ ਸਰਦਾਰ ਸੀਗਾ, ਸਿੱਖ ਧਰਮ 'ਚ ਸੀਗੀ, ਤੇ ਬੜੀ ਸ਼ਰਮ ਦੀ ਗੱਲ ਹੈ। ਉਹਨੇ ਪਬਲਿਸਿਟੀ ਲੈਣ ਲਈ ਕੀਤੀ ਹੈ ਕਿ ਉਹਦੀ ਕਿਤਾਬ ਰਿਲੀਜ਼ ਹੋਣੀ ਸੀ, ਕਿ ਦੁਨੀਆ ਦੇ ਵਿੱਚ ਮੈਸੇਜ ਆਵੇ ਕਿ ਕਿਰਨ ਬੇਦੀ ਦੀ ਕਿਤਾਬ ਰਿਲੀਜ਼ ਹੋ ਰਹੀ ਹੈ, ਤੇ ਸਿੱਖ ਇਸ ਗੱਲ ਤੋਂ ਤੜਫਣਗੇ, ਭੜਕਣਗੇ, ਫੇਸਬੁੱਕ ਤੇ, ਯੂਟਿਊਬ ਤੇ, ਅਖਬਾਰਾਂ ਦੇ ਵਿੱਚ ਵਿਰੋਧ ਕਰਨਗੇ, ਤੇ ਉਹਦੀ ਕਿਤਾਬ ਜਿਹੜੀ ਹੈ ਆਟੋਮੈਟਿਕ ਪੂਰੀ ਪਬਲਿਸਿਟੀ ਹੋ ਜਾਏਗੀ। ਦੂਜੀ ਗੱਲ ਇਹ ਹੈ ਕਿ ਜੋ ਉਸਨੇ ਕਿਹਾ ਉਹਦੇ ਪਿੱਛੇ ਵੀ ਏਜੰਸੀਆਂ ਦਾ ਹੱਥ ਹੈ। ਮੈਂ ਇੱਕ 2019 'ਚ ਸ਼ਾਇਦ ਨਵੰਬਰ 'ਚ ਮੇਰਾ ਇੱਕ ਲੇਖ ਆਇਆ ਸੀ ਨਿੱਤ ਨਵਾਂ ਮੰਚ, ਮੈਂ ਉਹਦੇ 'ਚ ਇੱਕ ਜ਼ਿਕਰ ਕੀਤਾ ਸੀ ਕਿ ਜਿਹੜਾ ਇੱਕ ਕੋਈ ਆਪਣਾ ਸੀਗਾ ਤਾਂਤਰਿਕ, ਉਹਨੇ ਜੰਤਰ ਮੰਤਰ ਨਾਲ ਨਾ ਇੱਕ ਜਿੰਨ ਵਸ 'ਚ ਕਰ ਲਿਆ। ਜਿੰਨ ਬੜਾ ਕਮਾਊ ਸੀ, ਬੜਾ ਭੋਲਾ ਸੀ, ਬੜਾ ਕਾਮਾ ਸੀਗਾ। ਉਹਨੇ ਜਿੰਨ ਵਸ 'ਚ ਕਰ ਲਿਆ, ਉਹ ਤੋਂ ਸਾਰੇ ਕੰਮ ਲੈਂਦਾ ਸੀ। ਉਹਨੇ ਕੰਮ ਨਿਪਟਾ ਕੇ ਫਿਰ ਆ ਕੇ ਖੜੇ ਹੋ ਜਾਣਾ ਵੀ ਹੁਕਮ ਮੇਰੇ ਆਕਾ। ਉਹ ਦੁਖੀ ਹੋ ਗਿਆ ਕਿ ਕੰਮ ਬੜੀ ਛੇਤੀ ਨਿਪਟਾ ਦਿੰਦਾ ਤੇ ਫਿਰ ਮੈਨੂੰ ਤੰਗ ਕਰਦਾ, ਡਿਸਟਰਬ ਕਰਦਾ। ਉਹਨੇ ਕਿਸੇ ਸਿਆਣੇ ਨੂੰ ਪੁੱਛਿਆ, ਕਹਿੰਦਾ ਜੀ ਮੈਂ ਤੋਂ ਖੜਾ ਕਿਵੇਂ ਛਡਾਵਾਂ, ਬੰਦਾ ਵੀ ਛੱਡਣ ਵਾਲਾ ਨਹੀਂ, ਪਰ ਇਹ ਮੈਨੂੰ ਤੰਗ ਵੀ ਬਹੁਤ ਕਰਦਾ ਹੈ। ਉਹ ਸਿਆਣੇ ਨੇ ਕਿਹਾ ਵੀ ਤੂੰ ਇੱਕ ਇਹਦੇ ਵਿਹੜੇ 'ਚ ਵੰਝ ਕੱਢ ਦੇ, ਜਦੋਂ ਇਹ ਕੰਮ ਕੁਮ ਨਿਬੇੜ ਲਵੇ, ਵਿਹਲਾ ਹੋ ਜੇ, ਤੈਨੂੰ ਕਿਹਾ ਕਰ ਚੜੀ ਜਾ ਤੇ ਉਤਰੀ ਜਾ, ਕੰਮ ਲੱਗਾ, ਤੈਨੂੰ ਤੰਗ ਨਹੀਂ ਕਰੇਗਾ, ਤੇ ਜਦੋਂ ਤੈਨੂੰ ਕੰਮ ਦੀ ਲੋੜ ਹੈ ਕੰਮ ਲੈ ਲਿਆ ਕਰ। ਇਸੇ ਤਰ੍ਹਾਂ ਇਹਨਾਂ ਨੇ 1947 ਦੇ ਵਿੱਚ ਸਾਨੂੰ ਛਲ ਕਪਟ ਰਾਹੀਂ ਸਾਡੇ ਬੇਵਕੂਫ ਲੀਡਰਾਂ ਨੂੰ ਗੁੰਮਰਾਹ ਕਰਕੇ ਸਾਨੂੰ ਵੱਸ 'ਚ ਕਰ ਲਿਆ ਸਿੱਖ ਕੌਮ ਨੂੰ। ਅਸੀਂ ਇਹਦੇ ਕਲਾਵੇ 'ਚ ਆ ਗਏ, ਛਲਾਵੇ 'ਚ ਆ ਗਏ, ਔਰ ਅਸੀਂ ਆਪਣਾ ਰਾਜ ਭਾਗ ਛੱਡ ਕੇ ਇਹਦੇ ਨਾਲ 9 ਮਾਸ ਦਾ ਰਿਸ਼ਤਾ ਬਣਾ ਲਿਆ। ਸਾਨੂੰ ਇਹ ਵਰਤ ਰਿਹਾ ਉਸ ਦਿਨ ਤੋਂ। ਕਦੇ ਹਰੀ ਕ੍ਰਾਂਤੀ ਲਿਆਉਣੀ ਹੈ, ਅਸੀਂ ਜੰਗਲ ਟਿੱਬੇ ਕਲਰ ਆਬਾਦ ਕਰਤੇ, ਯੂਪੀ ਦੇ ਜੰਗਲ ਆਬਾਦ ਕਰਤੇ, ਕੱਛ ਤੱਕ ਜੰਗਲ ਆਬਾਦ ਕਰਤੇ, ਰਾਜਸਥਾਨ ਦੇ ਬਠਿੰਡੇ ਦੇ ਟਿੱਬੇ ਅੱਜ ਦੇਖੋ ਜਿੱਥੇ ਝੋਨਾ ਲੱਗਣ ਲੱਗ ਗਿਆ। ਅਸੀਂ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦਾ ਭੰਡਾਰ ਭਰਤਾ। ਜੇ ਬਾਰਡਰ ਤੇ ਲੋੜ ਪਈ, ਕਦੇ ਚੀਨ ਨਾਲ, ਕਦੇ ਪਾਕਿਸਤਾਨ ਨਾਲ, ਕਦੇ ਕਾਰਗਿਲ, ਕਦੇ ਗਲਵਾਨ ਘਾਟੀ, ਕਦੇ ਸਾਨੂੰ ਨਾਗਾਲੈਂਡ ਲਾਤਾ, ਜਿੱਥੇ ਵੀ ਲੋੜ ਪਈ ਮਰਵਾਨ ਦੀ ਉੱਥੇ ਸਾਨੂੰ ਲਾਤਾ। ਵਿਰਕ ਸਾਹਿਬ, ਸ਼ਿਕਵਾ ਨਹੀਂ ਕਰਦੇ ਹੋ ਤੁਸੀਂ ਇਸ ਗੱਲ ਨੂੰ ਕਿ ਸਾਨੂੰ ਜਿਹੜਾ ਅਗੇਰੇ ਲਾ ਦਿੱਤਾ ਜਾਂਦਾ ਜਦੋਂ ਕੋਈ ਮੁਹਿੰਮ ਹੁੰਦੀ ਹੈ ਤਾਂ ਸਿੱਖਾਂ ਨੂੰ ਅੱਗੇ ਕਰ ਦਿੱਤਾ ਜਾਂਦਾ, ਤਾਂ ਬਾਰ-ਬਾਰ ਇਸ ਤਰੀਕੇ ਦੇ ਨਾਲ ਸਾਨੂੰ ਗੁੰਮਰਾਹ ਕੀਤਾ ਜਾਂਦਾ ਹੈ, ਤਾਂ ਇੱਕ ਵੱਡੇ ਸਵਾਲੀਆ ਚਿੰਨ੍ਹ ਲੱਗ ਜਾਂਦੇ ਜਿਹੜੇ ਪੰਥਕ ਲੀਡਰ ਆਪਣੇ ਆਪ ਨੂੰ ਅਖਵਾਉਂਦੇ ਨੇ। ਕਿਰਪਾਨਾਂ ਭੇਟ ਕੀਤੀਆਂ ਜਾਂਦੀਆਂ ਨੇ, ਜਿਹੜੇ ਸਿੱਖਾਂ ਦੇ ਸਰਮੌਰ ਸ਼ਸਤਰ ਨੇ ਉਹ ਉਹਨਾਂ ਲੋਕਾਂ ਨੂੰ ਭੇਟ ਕੀਤੇ ਜਾਂਦੇ ਆ ਜਿਹੜੇ ਆਪਣੇ ਆਪ ਨੂੰ ਕੱਟੜ ਹਿੰਦੂ ਕਹਿੰਦੇ ਨੇ। ਤਾਂ ਕੀ ਮੰਨਿਆ ਜਾਵੇ ਕਿ ਜਿਹੜੇ ਤੁਹਾਡੇ ਪੰਥਕ ਲੀਡਰ ਨੇ ਉਹ ਭੋਲੇ ਨੇ ਜਾਂ ਫਿਰ ਬੇਈਮਾਨ ਨੇ, ਜਿਹੜੇ ਸਿੱਖ ਕੌਮ ਦੇ ਨਾਲ ਫਿਰ ਗਦਾਰੀ ਕਰ ਰਹੇ ਨੇ? ਉਹ ਨਹੀਂ, ਗਦਾਰੀ ਨਹੀਂ ਕਰ ਰਹੇ। ਜਦੋਂ ਕੋਈ ਸਾਡੇ ਕੋਲ ਚੱਲ ਕੇ ਆਉਂਦਾ, ਸਾਡੇ ਅੱਜ ਦਰਬਾਰ ਸਾਹਿਬ ਦੇ ਗੁਰੂ ਸਾਹਿਬ ਨੇ, ਸੱਚੇ ਪਾਤਸ਼ਾਹ ਨੇ ਜਦੋਂ ਬਣਾਇਆ ਤਾਂ 4 ਦਰਵਾਜ਼ੇ ਰੱਖੇ ਸੀ। ਉੱਥੇ ਸਭ ਧਰਮਾਂ ਲਈ, 4 ਵਰਨਾਂ ਲਈ ਸਾਂਝਾ ਹੈ। ਉੱਥੇ ਕੋਈ ਵੀ ਆਵੇ ਅਸੀਂ ਉਹਦਾ ਸਨਮਾਨ ਕਰਨੇ ਆ, ਉਹਨੂੰ ਲੰਗਰ ਪ੍ਰਸ਼ਾਦਾ ਵਿੱਚ ਕਰਨੇ ਆ, ਉਹਦਾ ਸਨਮਾਨ ਵੀ ਕਰਦੇ ਆ, ਉਹਨੂੰ ਕੋਈ ਚਿੰਨ੍ਹ ਭੇਟ ਕਰਦੇ ਆ, ਚਾਹੇ ਗੋਲਡਨ ਟੈਂਪਲ ਦਾ ਮਾਡਲ ਭੇਟ ਕਰੀਏ, ਚਾਹੇ ਸ਼੍ਰੀ ਸਾਹਿਬ ਕਰੀਏ, ਸਰੋਪਾ ਪਾਈਏ। ਇਹ ਸਾਡਾ ਇੱਕ ਸਿੱਖ ਧਰਮ ਦੀ ਇੱਕ ਖੂਬੀ ਹੈ ਕਿ ਸਾਨੂੰ ਇਹ ਗੁਰੂ ਸਾਹਿਬ ਨੇ ਸਿਖਾਇਆ, ਉਹ ਚੱਲਦਾ ਆ ਰਿਹਾ। ਉਹਦੇ 'ਚ ਨਹੀਂ ਸਾਡੇ ਕੋਲ ਕੋਈ ਵੀ ਚੱਲ ਕੇ ਅਜੇ ਮਲ ਪਾਪੀ ਆ ਜਾਏ, ਕੋਈ ਸੱਜਣ ਠੱਗ ਆ ਜਾਏ, ਕੋਈ ਵਲੀ ਕੰਧਾਰੀ ਆ ਜਾਏ, ਤਾਂ ਗੁਰੂ ਸਾਹਿਬ ਨੇ ਹਰ ਇੱਕ ਨੂੰ ਗੱਲ ਲਾਇਆ, ਉਹਨਾਂ ਨੂੰ ਸੁਧਾਰਿਆ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਕੋਲ ਆਏ ਨੇ, ਸ਼ਾਇਦ ਇਹ ਸਿੱਖ ਧਰਮ ਤੋਂ ਕੁਝ ਸਿੱਖ ਕੇ ਜਾਣਗੇ, ਇਹਨਾਂ ਨੂੰ ਅਸੀਂ ਆਓ ਭਗਤ ਕਰੀਏ। ਉਹ ਹੁੰਦੀ ਹੈ, ਕਰਦੇ ਰਹੇ ਆ ਤੇ ਕਰਦੇ ਰਹਾਂਗੇ, ਇਹ ਚੱਲਦਾ ਰਹੇਗਾ। ਸਾਡੇ ਕੋਲ ਕੋਈ ਚੱਲ ਕੇ ਆ ਜਾਵੇ, ਚਾਹੇ ਉਹ ਸਾਡਾ ਕਾਤਲ ਹੈ, ਤਾਂ ਉਹਦਾ ਅਸੀਂ ਆਏ ਨੂੰ ਨਹੀਂ ਅਸੀਂ ਕਹਿ ਸਕਦੇ ਕਿ ਤੂੰ ਦਰਬਾਰ ਸਾਹਿਬ ਕਿਉਂ ਆ ਗਿਆ। ਵਿਰਕ ਸਾਹਿਬ, ਇੱਕ ਹੋਰ ਗੱਲ ਦੱਸਿਓ ਕਿ ਜਿਹੜਾ ਆਮ ਕਰਕੇ ਤਰਕ ਦਿੱਤਾ ਜਾਂਦਾ ਹੈ ਗੈਰ ਧਰਮਾਂ ਦੇ ਲੋਕਾਂ ਦੇ ਵੱਲੋਂ ਸਿੱਖਾਂ ਨੂੰ ਚੜਾਉਣ ਵਾਸਤੇ ਕਿ 12 ਵੱਜ ਗਏ, ਇਹ ਤਰਕ ਦੇ ਪਿੱਛੇ ਅਸਲੀ ਲੌਜਿਕ ਕੀ, ਅਸਲ ਦੇ ਵਿੱਚ ਕਹਾਣੀ ਕੀ ਹੈ ਇਹਦੇ ਪਿੱਛੇ? ਦੇਖੋ, ਪਹਿਲਾਂ ਮੈਂ ਉਹ ਗੱਲ ਪੂਰੀ ਕਰ ਲਾਂ ਕਿ ਇਹਨਾਂ ਨੇ ਸਾਨੂੰ 47 'ਚ ਕਰਨ ਤੋਂ ਬਾਅਦ ਸਾਨੂੰ ਵਰਤਿਆ, ਔਰ ਸਾਨੂੰ ਜਦੋਂ ਅਸੀਂ ਵਿਹਲੇ ਹੁੰਦੇ ਹਾਂ ਧਿਆਨੇ ਲਾਉਣ ਲਈ, ਜਿਵੇਂ ਇਹਨਾਂ ਨੇ 35-48 ਦੇ ਵਿੱਚ ਸੰਵਿਧਾਨ ਲਿਖਿਆ ਤੇ ਉਹਦੇ 'ਚ ਧਾਰਾ 25 ਪਾਤੀ ਕਿ ਸਿੱਖ ਵੱਖਰੀ ਕੌਮ ਹੀ ਨਹੀਂ, ਇਹ ਕਿ ਸਤਾਰੀ ਹਿੰਦੂ ਹੈ।
ਤੇ ਅਸੀਂ ਸਾਡੇ ਮਾਸਟਰ ਤਾਰਾ ਸਿੰਘ ਹੁਣੀ ਸਾਰੇ ਨਾਰਾਜ਼ ਹੋ ਗਏ। ਤੁਹਾਨੂੰ ਪਤਾ ਹੋਏਗਾ, ਮੈਂ ਦੱਸ ਦੇਣਾ ਚਾਹੁੰਦਾ ਆਪਣੀ ਕੌਮ ਨੂੰ, ਨਵੀਂ ਜਨਰੇਸ਼ਨ ਨੂੰ, ਕਿ ਹਿੰਦੁਸਤਾਨ ਦੇ ਸੰਵਿਧਾਨ ਤੇ ਜਿਹੜੇ ਕਾਲਮ ਤੇ ਸਿੱਖ ਦੇ ਲੀਡਰ ਦੇ ਸਾਈਨ ਹੋਣੇ ਸੀ, ਸਾਡੇ ਲੀਡਰਾਂ ਨੇ ਸਾਈਨ ਨਹੀਂ ਕੀਤੇ ਕਿ ਸਾਨੂੰ ਇਹ ਸੰਵਿਧਾਨ ਮਨਜ਼ੂਰ ਨਹੀਂ। ਅੱਜ ਉਹ ਸੰਵਿਧਾਨ ਦਾ ਅੱਜ ਵੀ ਉਹ ਕਾਲਮ ਖਾਲੀ ਪਿਆ। ਇਹ ਬੜੀ ਵੱਡੀ ਗੱਲ ਹੈ ਕਿ ਪਰ ਅਸੀਂ ਮੰਨੀ ਜਾਂਦੇ ਹਾਂ ਸੰਵਿਧਾਨ ਨੂੰ, ਸਾਡੇ ਵੱਡਿਆਂ ਨੇ ਸਾਈਨ ਨਹੀਂ ਕੀਤੇ ਪਰ ਅਸੀਂ ਸੰਵਿਧਾਨ ਨੂੰ ਮੰਨ ਲਿਆ। ਇਹ ਸਾਡੇ ਲੀਡਰਾਂ ਦੀ ਮੂਰਖਤਾ ਹੈ, ਜਿਹੜੇ ਸਾਡੇ ਅੱਜ ਤੱਕ ਲੀਡਰ ਚੱਲੀ ਆ ਰਹੇ ਆ। ਜਦੋਂ ਅਸੀਂ ਸਾਈਨ ਹੀ ਨਹੀਂ ਕੀਤੀ, ਉਹਨੂੰ ਮੰਨਦੇ ਨਹੀਂ, ਜਦ ਤੱਕ ਉਹ ਧਾਰਾ ਬਾਹਰ ਨਹੀਂ ਨਿਕਲਦੀ, ਤੇ ਅਸੀਂ ਉਹਨੂੰ ਮੰਨਦੇ ਕਿਉਂ? ਫਿਰ ਅਸੀਂ ਪੰਜਾਬੀ, ਇਹਨਾਂ ਨੇ ਸਾਨੂੰ ਇੱਥੇ ਸਰਕਾਰ ਕਾਂਗਰਸ ਦੀ ਬਣਦੀ ਸੀ, ਪੈਪਸੂ ਜਿਹੜਾ ਇਹਨਾਂ ਨੇ ਮਹਾ ਪੰਜਾਬ ਬਣਾਤਾ ਸੀ, ਉਹਦੀ ਸਿੱਖ ਸਰਕਾਰ, ਪੰਥਕ ਸਰਕਾਰ ਤਾਂ ਬਣ ਹੀ ਨਹੀਂ ਸੀ ਸਕਦੀ। ਉਹਦੇ ਲਈ ਇਹਨਾਂ ਨੇ ਅਸੀਂ ਪੰਜਾਬੀ ਸੂਬੇ ਵੱਲ ਤੁਰ ਪਏ, ਇੱਕੋ ਵੰਜ ਸੀਗਾ। ਫਿਰ ਇਹਨਾਂ ਨੇ 78 ਦੇ ਵਿੱਚ ਨਿਰੰਕਾਰੀ ਨਾਮ ਦਾ ਵੰਜ ਕੱਢਿਆ। ਫਿਰ ਇਹਨਾਂ ਨੇ ਪਾਣੀਆਂ ਦਾ SYL ਦਾ ਵੰਜ ਕੱਢਤਾ, ਕਦੇ ਪਨਿਆਰੇ ਵਾਲੇ ਦਾ ਵੰਜ ਕੱਢਤਾ, ਕਦੇ ਸਰਸੇ ਵਾਲੇ ਦਾ ਵੰਜ ਕੱਢਤਾ, ਤੇ ਕਦੇ ਕੰਗਣਾ ਰਣੌਤ, ਕਦੇ ਹੁਣ ਉਸੇ ਵੰਜ ਦਾ ਹੀ ਹਿੱਸਾ ਇੱਕ ਇਹ ਹੈ ਕਿਰਨ ਬੇਦੀ, ਕਿ ਸਿੱਖਾਂ ਨੂੰ ਆਰੇ ਧਿਆਨੇ ਲਾਈ ਰੱਖੋ, ਇਹ ਆਪਣੀ ਮੁਕਤੀ ਬਾਰੇ, ਆਪਣੀ ਆਜ਼ਾਦੀ ਬਾਰੇ ਸੋਚ ਹੀ ਨਾ ਸਕਣ, ਉੱਥੇ ਉਲਝੇ ਰਹਿਣ। ਮਤਲਬ ਇੱਕ ਜਿਵੇਂ ਸਾਨੂੰ ਉਹ ਵੰਜ 'ਤੇ ਚੜਾਇਆ ਹੋਇਆ, ਔਰ ਵੰਜ 'ਤੇ ਚੜ੍ਹਨ ਦੇ ਇਹ ਪੈਸੇ ਵੀ ਦਿੰਦੇ ਆ। ਜਿਹੜੇ ਸਾਡੇ ਵੀਰ ਭਰਾ ਬਾਹਰ ਬੈਠੇ ਆ, ਉਹ ਡਾਲਰ ਵੀ ਦਿੰਦੇ ਆ। ਜਿੰਨੀਆਂ ਕੋਈ ਟਪੂਸੀਆਂ ਮਾਰ ਕੇ ਮਾਨਸਾ ਵਾਂਗੂ ਜ਼ਿਆਦਾ ਉੱਚੀ ਚੜ੍ਹਦਾ, ਉਹਨੂੰ ਜ਼ਿਆਦਾ ਪੈਸੇ ਬਣਦੇ ਆ। ਇਹ ਸਿਰਫ ਇੱਕ ਵੰਜ 'ਤੇ ਚੜ੍ਹ ਕੇ ਇੱਕ ਪੈਸੇ ਦੀ ਕਮਾਈ ਵੀ ਹੈ। ਸਾਡੇ ਕੁਝ ਜਿਹੜੇ ਪੇਖੀ ਲੀਡਰ ਮੈਂ ਕਹੂੰਗਾ, ਜਿਹੜੇ ਸਿਰਫ ਇਸ ਗੱਲ 'ਚ ਉਲਝੇ ਹੋਏ ਆ ਵੰਜ 'ਤੇ ਚੜ੍ਹਨ 'ਚ, ਉਹਨਾਂ ਨੂੰ 4 ਪੈਸੇ ਵੀ ਬਣ ਜਾਂਦੇ ਆ, ਕਰੋੜਾਂ ਰੁਪਏ ਇਕੱਠਾ ਕਰਕੇ ਲੈ ਜਾਂਦੇ ਆ ਤੇ ਫਿਰ ਉਤਰ ਜਾਂਦੇ ਆ। ਅੱਗੇ ਕੋਈ ਨਵਾਂ ਵੰਜ ਰੋਜ਼ ਕੱਢ ਦਿੰਦੇ ਆ। ਇਹ ਕਿਰਨ ਬੇਦੀ ਦਾ ਵੀ ਇੱਕ ਵੰਜ ਹੀ ਕੱਢਿਆ ਗਿਆ। ਸਾਨੂੰ ਤੁਸੀਂ ਸਵਾਲ ਕੀਤਾ ਕਿ ਸਾਨੂੰ ਇਹ 12 ਵਜੇ ਜਾਂ ਸਾਨੂੰ ਸੰਤਾ ਬੰਤਾ ਕਹਿੰਦੇ ਆ, ਇਹ ਜਾਇਜ਼ ਹੈ। ਦੇਖੋ, ਗੁਲਾਮੋਂ ਕੇ ਕੋਈ ਨਾਮ ਨਹੀਂ ਹੋਤੇ, ਸਾਡਾ ਕੋਈ ਨਾਂ ਨਹੀਂ। ਸਾਡਾ ਆਕਾ ਜੋ ਸਾਡਾ ਨਾਮ ਰੱਖ ਦੇਗਾ, ਉਹ ਸਾਨੂੰ ਮੰਨ ਲੈਣਾ ਚਾਹੀਦਾ। ਸਾਨੂੰ ਇਹ ਸੰਤਾ ਬੰਤਾ ਕਹਿਣ, ਵੈਲਕਮ। ਸਾਨੂੰ ਇਹ ਕਹਿਣ ਤੁਹਾਡੇ 12 ਵੱਜ ਗਏ, ਵੈਲਕਮ। ਜਦੋਂ ਅਸੀਂ ਆਜ਼ਾਦ ਹੀ ਨਹੀਂ, ਅਸੀਂ ਗੁਲਾਮ ਹਾਂ। ਸਾਨੂੰ ਜੋ ਸਾਡਾ ਮਾਲਕ ਆਕਾ ਕਹਿੰਦਾ ਸੁਣ ਲਓ, ਜਾਂ ਆਜ਼ਾਦੀ ਵੱਲ ਤੁਰ ਪਵੋ, ਜਾਂ ਤਾਂ ਕਹੋ ਵੀ ਅਸੀਂ ਆਕਾ ਦੇ, ਅਸੀਂ ਇਹਦਾ ਹੁਕਮ ਨਹੀਂ ਮੰਨਣਾ, ਅਸੀਂ ਗੁਲਾਮ ਨਹੀਂ ਰਹਿਣਾ, ਆਜ਼ਾਦੀ ਵੱਲ ਤੁਰਨਾ। ਉਧਰ ਅਸੀਂ ਤੁਰਦੇ ਨਹੀਂ। ਮੇਰਾ ਇੱਕ ਲੇਖ ਆਇਆ ਸੀ 1.5 ਸਾਲ ਪਹਿਲਾਂ, ਆਜ਼ਾਦੀ ਸਾਨੂੰ ਚੰਗੀ ਨਹੀਂ ਲੱਗਦੀ, ਗੁਲਾਮਾਂ ਵਾਂਗ ਸਾਨੂੰ ਜਿਉਣਾ ਨਹੀਂ ਆਉਂਦਾ। ਸਾਨੂੰ ਨਹੀਂ ਸਿਖਾਇਆ ਜਿਉਣਾ ਸਾਡੇ ਲੀਡਰਾਂ ਨੇ। ਦੇਖੋ, ਬਾਦਲ ਸਾਹਿਬ ਹੁਣੀ ਨੇ, ਸਾਰੇ ਅਕਾਲੀ, ਪਹਿਲਾਂ ਅਕਾਲੀਆਂ 'ਚ ਬੜੀ ਗੈਰਤ ਹੁੰਦੀ ਸੀ। ਜਦੋਂ ਅਕਾਲੀਆਂ ਨੇ ਕਾਂਗਰਸ ਨਾਲ ਰਿਸ਼ਤੇਦਾਰੀਆਂ, ਕੁੜਮਾਚਾਰੀਆਂ ਪਾ ਲਈਆਂ ਨਾ, ਕੁੜੀਆਂ ਵਿਆਹ ਲਈਆਂ, ਮੁੰਡੇ ਵਿਆਹ ਲਏ, ਕਾਂਗਰਸੀ ਜਿਹੜੇ ਨੇ ਇਹ ਗੁਲਾਮਾਂ ਵਾਂਗ ਰਹਿਣਾ ਜਿਹੜਾ ਜਾਣਦੇ ਸੀ, ਕਿ ਉਹ ਨਹਿਰੂ ਗਾਂਧੀ ਦੇ ਗੁਲਾਮ ਰਹੇ ਆ ਸ਼ੁਰੂ ਤੋਂ, ਕਾਂਗਰਸ ਪਾਰਟੀ 'ਚ ਰਹੇ ਆ, ਸਿੱਖ ਧਰਮ ਨਾਲ ਇਹਨਾਂ ਦਾ ਕੋਈ ਲੈਣ ਦੇਣ ਨਹੀਂ ਸੀ। ਉਹ ਕੁੜਮਾਚਾਰੀਆਂ ਨੇ ਸਾਨੂੰ ਗੁਲਾਮ, ਇਹਨਾਂ ਸਾਡੇ ਲੀਡਰਾਂ ਨੂੰ ਗੁਲਾਮੀ ਵਿੱਚ ਜਿਉਣਾ ਸਿਖਾਤਾ। ਇਹ ਤਾਂ ਸਿੱਖ ਗਏ, ਪੈਸਾ ਕਮਾ ਗਏ, ਅਰਬਾਂ ਖਰਬਾਂ ਪਤੀ ਬਣ ਗਏ, ਪਰ ਇਹਨਾਂ ਦੇ ਖੂਨ 'ਚ ਗੁਲਾਮੀ ਆ ਗਈ। ਇਹਨਾਂ ਨੇ ਐਕਸੈਪਟ ਕਰ ਲਈ ਕਿ ਅਸੀਂ ਗੁਲਾਮ ਹਾਂ, ਮੰਨ ਲਿਆ। ਅਸੀਂ ਨਹੀਂ ਮੰਨੇ, ਖਾੜਕੂ ਜਥੇਬੰਦੀਆਂ ਨਹੀਂ ਮੰਨੀਆਂ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਹੀਂ ਮੰਨੇ, ਨਾ ਉਹਨਾਂ ਦੇ ਪੈਰੋਕਾਰ ਅੱਗੇ ਮੰਨਦੇ ਆ। ਅਸੀਂ ਨਹੀਂ ਮੰਨਦੇ, ਪਰ ਅਸੀਂ ਇਕੱਠੇ ਹੋ ਕੇ ਆਜ਼ਾਦੀ ਦੀ ਜੰਗ ਵੱਲ ਵੀ ਨਹੀਂ ਇਕੱਠੇ ਹੋ ਕੇ ਹਮਲਾ ਮਾਰ ਰਹੇ। ਅਲੱਗ-ਅਲੱਗ ਅਸੀਂ ਕਰ ਰਹੇ ਹਾਂ, ਮੰਨ ਨਹੀਂ ਰਹੇ ਅਸੀਂ ਜੀ। ਵਿਰਕ ਸਾਹਿਬ, ਇੱਕ ਹੋਰ ਵੱਡਾ ਸਵਾਲ ਹੈ ਕਿ ਬੀਜੇਪੀ ਦੇ ਨਾਲ ਸੰਬੰਧਿਤ ਨੁਮਾਇੰਦਿਆਂ ਵੱਲੋਂ ਇਸ ਤਰ੍ਹਾਂ ਦੇ ਵਿਵਾਦਤ ਬਿਆਨ ਕਿਉਂ? ਪਹਿਲਾਂ ਗੱਲ ਕਰੀਏ ਨੂਪੁਰ ਸ਼ਰਮਾ, ਉਹ ਵੀ ਬੀਜੇਪੀ ਦੇ ਨਾਲ ਸੰਬੰਧਿਤ ਹੈ। ਬਿਆਨ ਦੇਣ ਤੋਂ ਬਾਅਦ ਉਹਨਾਂ ਨੂੰ ਆਪਣੇ ਤੋਂ ਕੁਝ ਸਮੇਂ ਵਾਸਤੇ ਜਿਹੜਾ ਸਸਪੈਂਡ ਕਰ ਦਿੱਤਾ ਜਾਂਦਾ ਹੈ। ਤਾਂ ਉਸ ਤੋਂ ਬਾਅਦ ਕਿਰਨ ਬੇਦੀ ਦੀ ਗੱਲ ਕਰੀਏ ਤਾਂ ਉਹ ਵੀ ਕਿਤੇ ਨਾ ਕਿਤੇ ਜਿਹੜਾ ਬੀਜੇਪੀ ਦੇ ਨਾਲ ਉਹਨਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ। ਕੀ ਮੰਨਿਆ ਜਾਵੇ ਕਿ ਜਿਹੜੇ ਲੋਕ ਨੇ ਉਹ ਬੀਜੇਪੀ ਦੇ ਨਾਲ ਹੀ ਸੰਬੰਧਿਤ ਕਿਉਂ ਨੇ? ਫਿਰ ਦੇਖੋ, ਬੀਜੇਪੀ ਦਾ ਏਜੰਡਾ ਹਿੰਦੂਤਵ ਏਜੰਡਾ, ਜਿਹੜਾ ਝਾੜੂ ਹੈ ਆਮ ਆਦਮੀ ਪਾਰਟੀ ਹੈ। ਇਹ ਕਿਰਨ ਬੇਦੀ ਪਹਿਲਾਂ ਆਮ ਆਦਮੀ ਪਾਰਟੀ 'ਚ ਵੀ ਰਹੀ ਹੈ, ਪਹਿਲਾਂ ਪੁਲਿਸ ਅਫਸਰ ਰਹੀ ਹੈ, IPS ਰਹੀ ਹੈ। ਜਿਹੜੇ ਇਹ ਲੋਕ ਨੇ ਹਿੰਦੂਤਵ ਦੇ ਏਜੰਡੇ ਨੂੰ ਜਿਹੜੇ ਮੰਨਦੇ ਆ, ਚਾਹੇ ਉਹ ਬੀਜੇਪੀ ਦੇ ਨੇ, ਚਾਹੇ ਉਹ ਆਮ ਆਦਮੀ ਪਾਰਟੀ ਦੇ ਨੇ, ਚਾਹੇ ਉਹ ਕਿਸੇ ਹੋਰ ਪਾਰਟੀ ਦੇ ਨੇ, ਉਹ ਸਾਰਿਆਂ ਦਾ ਇੱਕੋ ਹੀ ਫੰਡਾ ਹੈ। ਉਹੀ ਬੰਦੇ ਆ ਜਿਹੜੇ ਇਹ ਸਾਜ਼ਿਸ਼ਾਂ ਛੇੜਦੇ ਆ। ਇਹ ਉਹੀ ਬੰਦੇ ਨੇ ਜਿਨ੍ਹਾਂ ਦੇ ਵੱਡੇ ਵਡੇਰੇ, ਕਦੇ ਗੌਤਮ ਬੁੱਧ ਨੂੰ ਇਹਨਾਂ ਨੇ ਇੰਡੀਆ 'ਚੋਂ ਕੱਢਤਾ ਸੀ, ਉਹਦੇ ਮੱਠ ਸਾੜਤੇ ਸੀਗੇ। ਓਸ਼ੋ ਨੂੰ ਇਹਨਾਂ ਨੇ ਇੰਡੀਆ 'ਚੋਂ ਕੱਢਿਆ। ਓਸ਼ੋ ਇੱਕ ਕ੍ਰਾਂਤੀ ਲਿਆਇਆ ਸੀਗਾ ਹਿੰਦੂ ਧਰਮ ਦੇ ਖਿਲਾਫ, ਉਹਦੇ ਖਿਲਾਫ ਰਹੇ। ਹੁਣ ਗੁਰੂ ਨਾਨਕ ਸਾਹਿਬ ਦੇ ਖਿਲਾਫ ਇਹ ਕਿਉਂ ਹੋ ਗਏ? ਸਾਡੇ ਖਿਲਾਫ ਕਿਉਂ ਨੇ? ਇਹ ਅੱਜ ਨਹੀਂ ਸਾਡੇ ਖਿਲਾਫ ਹੋਏ। ਜੇ ਤੁਸੀਂ ਕਹੋ ਅੱਜ ਸਾਨੂੰ ਸੰਤਾ ਬੰਤਾ ਕਹਿਣ ਲੱਗ ਗਏ ਜਾਂ ਸਾਨੂੰ 12 ਵੱਜ ਕੇ ਕਹਿਣ ਲੱਗ ਗਏ, ਇਹ ਸਾਨੂੰ ਕਹਿੰਦੇ ਆ ਰਿਹਾ ਸਦੀਆਂ ਤੋਂ। ਗੁਰੂ ਨਾਨਕ ਸਾਹਿਬ ਨੇ ਜਦੋਂ ਜਨੇਊ ਪਹਿਨਣ ਤੋਂ ਇਨਕਾਰ ਕਰਤਾ ਸੀ, ਉਸੇ ਦਿਨ ਹੀ ਸਾਡੇ ਦੁਸ਼ਮਣ ਬਣ ਗਏ ਸੀ। ਜਿਹੜਾ ਛਾਤਰ ਭਾਂਡਾ ਸੀ, ਉਸੇ ਦਿਨ ਸਮਝ ਗਿਆ ਸੀ ਕਿ ਇਹ ਗੁਰੂ ਨਾਨਕ, ਇਹ ਬਾਲਕ ਜਿਹੜਾ ਹੈ, ਸਾਡਾ ਜਿਹੜਾ ਪਖੰਡ ਦਾ ਭਾਂਡਾ ਚੁਰਾਏ 'ਚ ਭੰਨੇਗਾ, ਸਾਡੀ ਦੁਕਾਨਦਾਰੀ ਜਿਹੜੀ ਅੰਧ ਵਿਸ਼ਵਾਸ ਦੀ ਬੰਦ ਕਰਾਏਗਾ। ਤੇ ਕਰਾਈ ਗੁਰੂ ਨਾਨਕ ਸਾਹਿਬ ਨੇ ਸਿੱਧਾ ਜੋਗੀਆਂ ਨਾਲ। ਦੇਖੋ, ਹਰਦੁਆਰ ਲਾ ਲਓ, ਸੱਜਣ ਠੱਗ ਵਰਗਿਆਂ ਨਾਲ ਲਾ ਲਓ, ਜਿੰਨੇ ਸੀਗੇ ਇਹਨਾਂ ਦੇ ਸਿੱਧ ਜੋਗੀ, ਸਾਰੇ ਪੰਡਤ ਗੁਰੂ ਨਾਨਕ ਸਾਹਿਬ ਨੇ ਹਾਰ ਮੰਨ ਗਏ ਸੀ। ਪਰ ਇਹਨਾਂ ਨੇ ਹਾਰ ਨਹੀਂ ਮੰਨੀ, ਉੱਪਰੋਂ ਤਾਂ ਮੰਨ ਗਏ, ਰਹੇ ਉਹੀ।
ਇਹ ਉਸ ਦਿਨ ਤੋਂ ਲੈ ਕੇ ਸਾਡੇ ਦੁਸ਼ਮਣ ਰਹੇ ਆ। ਫਿਰ ਇਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਬਾਬਰ ਤੋਂ ਅਰੈਸਟ ਕਰਾਉਣ ਲਈ ਵੀ ਇਹ ਪਾਂਡਿਆਂ ਦੀ ਚਾਲ ਸੀ, ਬਾਬਰ ਨੂੰ ਭੜਕਾਉਣਾ ਕਿ ਇਹ ਇੱਕ ਨਵਾਂ ਧਰਮ ਚਲਾਤਾ, ਇਹ ਨਾ ਮੁਸਲਮਾਨ ਹੈ ਨਾ ਇਹ ਹਿੰਦੂ ਮੰਨਦਾ ਹੈ, ਇਹ ਨਵਾਂ ਪੰਥ ਚਲਾ ਰਿਹਾ। ਫਿਰ ਗੁਰੂ ਅਮਰਦਾਸ ਜੀ ਤੇ ਅਕਬਰ ਬਾਦਸ਼ਾਹ ਨੂੰ ਚੜਾ ਕੇ ਲਿਜਾਣਾ ਕਿ ਇੱਕ ਦੁਕਾਨ ਖੁੱਲ੍ਹ ਗਈ ਹੈ ਇੱਥੇ ਨਵੀਂ, ਸਿੱਖ ਧਰਮ ਮੁਸਲਿਮ ਧਰਮ ਨੂੰ ਖਤਰਾ ਹੈ। ਫਿਰ ਗੁਰੂ ਅਰਜਨ ਪਾਤਸ਼ਾਹ ਨੂੰ ਚੰਦੂ ਰਾਹੀਂ ਸ਼ਹੀਦ ਕਰਾਉਣਾ। ਦੇਖੋ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਸਾਡੇ ਇਤਿਹਾਸਕਾਰਾਂ ਨੇ ਵੀ ਸ਼ਾਇਦ ਡਰ ਕੇ ਕਹਿ ਲਈਏ ਜਾਂ ਉਹਨਾਂ 'ਚ ਜੁਰਤ ਨਹੀਂ ਸੀ ਕਿ ਸੱਚ ਬੋਲ ਦਈਏ। ਜੋ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਉਹਦੇ ਜਹਾਂਗੀਰ ਦਾ ਕੋਈ ਰੋਲ ਨਹੀਂ ਸੀ। ਜਹਾਂਗੀਰ ਨੂੰ ਉਹਨਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਦੱਸਿਆ ਗਿਆ ਕਿ ਗੁਰੂ ਸਾਹਿਬ ਬਿਮਾਰ ਸੀਗੇ, ਰਾਵੀ 'ਚ ਇਸ਼ਨਾਨ ਕਰਨ ਗਏ, ਰੁੜ ਗਏ। ਗੁਰੂ ਸਾਹਿਬ ਨੂੰ ਜੋ ਟੌਰਚਰ ਕੀਤਾ ਗਿਆ ਉਹ ਕਿਤੇ ਮੁਗਲ CIA ਸਟਾਫ ਜਾਂ ਮੁਗਲ ਹਕੂਮਤ ਦੇ ਕਿਸੇ ਕਿਲੇ 'ਚ ਨਹੀਂ ਕੀਤਾ ਗਿਆ, ਚੰਦੂ ਦੇ ਘਰ ਕੀਤਾ ਗਿਆ, ਚੰਦੂ ਦੀ ਹਵੇਲੀ 'ਚ, ਲਾਹੌਰ ਅੱਜ ਵੀ ਸਥਾਨ ਹੈ ਉੱਥੇ ਗੁਰੂ ਸਾਹਿਬ ਨੂੰ ਚੰਦੂ ਨੇ ਸ਼ਹੀਦ ਕੀਤਾ। ਚੰਦੂ ਨੇ ਤਸੀਹੇ ਦਿੱਤੇ ਹੈ। ਸਾਡੇ ਵੱਡੇ, ਮੈਂ ਭਾਈ ਪੁਰਾਣਾ ਜੀ ਦੀ ਔਲਾਦ ਆ, ਭਾਈ ਪੁਰਾਣਾ ਜੀ ਉਸ ਟਾਈਮ ਨਾਲ ਸੀਗੇ, ਗਵਾਲੀਅਰ ਦੇ ਕਿਲੇ 'ਚ ਵੀ ਉਹ ਨਾਲ ਸੀਗੇ। ਉਹ ਚੰਦੂ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਕੈਦ ਕਰਾਉਣ ਵਾਲਾ ਚੰਦੂ ਹੈ ਗਵਾਲੀਅਰ ਦੇ ਕਿਲੇ 'ਚ। ਸਾਹਿਬਜ਼ਾਦੇ ਸ਼ਹੀਦ ਕਰਾਉਣ ਵਾਲਾ ਗੰਗੂ ਹੈ, ਸੁੱਚਾਨੰਦ ਹੈ। ਤੁਸੀਂ ਇਤਿਹਾਸ ਪੜ੍ਹੋਗੇ ਤਾਂ ਨਵਾਬ ਜਿਹੜਾ ਸੀਗਾ ਵਜ਼ੀਰ ਖਾਂ, ਜਦੋਂ ਨਵਾਬ ਮਲੇਰਕੋਟਲਾ ਨੇ ਹਾਂ ਦਾ ਨਾਰਾ ਮਾਰਿਆ ਤਾਂ ਉਹਨੇ ਕਹਿਤਾ ਸੀ ਕਿ ਬੱਚੇ ਛੱਡ ਦਈਏ, ਤੇ ਸੁੱਚਾਨੰਦ ਕਹਿੰਦਾ ਨਹੀਂ, ਇਹ ਸੱਪ ਦੇ ਬੱਚੇ ਹੈ, ਇਹਨਾਂ ਨੂੰ ਨਹੀਂ ਛੱਡਣਾ। ਅਸਲ ਕਾਤਲ ਸੁੱਚਾਨੰਦ ਹੈ। ਇਹ ਉਸ ਦਿਨ ਤੋਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਸਾਡੇ ਵੈਰੀ ਬਣੇ ਹੈ। ਸਾਨੂੰ ਇਹ ਨਹੀਂ ਚਾਹੁੰਦੇ ਕਿ ਸਿੱਖ ਜਿਹੜੇ ਨੇ ਇੱਕ ਕੋਈ ਧਰਮ ਰਵੇ ਹਿੰਦੁਸਤਾਨ ਦੀ ਧਰਤੀ 'ਤੇ, ਜਾਂ ਤਾਂ ਇਹ ਸਾਨੂੰ ਇੱਥੋਂ ਕੱਢਣਾ ਚਾਹੁੰਦੇ ਆ। ਉਹ ਅਸੀਂ ਆਪੇ ਨਿਕਲ ਰਹੇ ਹਾਂ, ਹੁਣ ਕੈਨੇਡਾ ਅਮਰੀਕਾ ਬਾਹਰ ਜਾਈ ਜਾਂਦੇ, ਆਪਣੇ ਬੱਚੇ ਭੇਜੀ ਜਾਂਦੇ, ਇਹ ਬੜੇ ਖੁਸ਼ ਹੈ ਕਿ ਪੰਜਾਬ ਖਾਲੀ ਹੋ ਜਾਏਗਾ, ਇੱਥੇ ਆਪਣਾ ਪ੍ਰਵਾਸੀ ਵਾੜੀ ਜਾਂਦੇ ਆ। ਅੱਜ ਤੁਸੀਂ ਜਿੰਨੇ ਸਰਕਾਰੀ ਮਹਿਕਮੇ ਹੈ, ਬੈਂਕ ਨੇ, BSNL ਹੈ, ਰੇਲਵੇ ਹੈ, ਟੋਟਲੀ ਭਰਤੀ ਹਿੰਦੂਆਂ ਦੀ ਹੈ। ਅੱਜ ਤੁਹਾਨੂੰ ਕੋਈ ਸਿੱਖ IPS ਨਹੀਂ ਮਿਲੇਗਾ, IAS ਨਹੀਂ ਮਿਲੇਗਾ, ਸਾਰੇ ਇੱਥੇ ਉਹ ਭਰੇ ਜਾ ਰਹੇ ਆ, ਸਾਊਥ ਇੰਡੀਅਨ, ਗੁਜਰਾਤੀ। ਤੇ ਅਸੀਂ ਸਾਡੇ ਬੱਚੇ ਬਾਹਰ ਜਾਈ ਜਾ ਰਹੇ ਆ। ਇਹੀ ਇਹ ਚਾਹੁੰਦੇ ਸੀ ਕਿ ਗੌਤਮ ਬੁੱਧ ਵਾਂਗ ਜੇ ਬੁੱਧ ਧਰਮ ਜਿਹੜਾ ਇੱਥੋਂ ਚਾਈਨਾ 'ਚ ਹੋਰ ਦੇਸ਼ਾਂ 'ਚ ਚਲਾ ਗਿਆ ਤੇ ਸਿੱਖ ਵੀ ਇੱਥੋਂ ਚਲੇ ਜਾਣ, ਸਿੱਖ ਇੱਥੇ ਨਾ ਰਹਿਣ, ਇਹਨਾਂ ਦੀ ਇਹ ਪਾਲਿਸੀ ਹੈ ਜੀ। ਪੰਜਾਬ ਦੇ ਲੋਕਾਂ ਨੂੰ ਸੁਨੇਹਾ ਕੀ ਹੈ ਜਦੋਂ ਇਸ ਤਰ੍ਹਾਂ ਦੇ ਸ਼ਰਾਰਤੀ ਲੋਕਾਂ ਦੇ ਵੱਲੋਂ ਕਿਸੇ ਖਾਸ ਫਿਰਕੇ ਨੂੰ ਜਾਂ ਕਿਸੇ ਖਾਸ ਧਰਮ ਨੂੰ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਪੈਗੰਬਰਾਂ ਦੇ ਪ੍ਰਤੀ ਜਾਂ ਉਹਨਾਂ ਦੇ ਕਿਰਦਾਰ ਨੂੰ ਲੈ ਕੇ ਸਵਾਲੀਆ ਚਿੰਨ੍ਹ ਲਾਏ ਜਾਂਦੇ ਨੇ, ਤਾਂ ਫਿਰ ਜਿਹੜੀ ਇੱਕ ਘੱਟ ਗਿਣਤੀ ਆ ਜਾਂ ਜਿਹੜੇ ਪੰਜਾਬ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵਸਣ ਵਾਲੇ ਖਾਸ ਫਿਰਕੇ ਦੇ ਲੋਕ ਨੇ, ਤਾਂ ਉਹਨਾਂ ਵਾਸਤੇ ਸੁਨੇਹਾ ਕੀ ਹੈ ਤੁਹਾਡੇ ਵੱਲੋਂ? ਦੇਖੋ, ਮੈਂ ਤਾਂ ਇੱਕੋ ਹੀ ਸੁਨੇਹਾ ਦਿੰਦਾ ਕਿ ਸਿੱਖ ਕੌਮ ਇਕੱਠੀ ਹੋਵੇ। ਸਾਡੇ ਜਿਹੜੇ ਆਗੂ ਹੈ, ਦੋ ਆਗੂ ਬਾਦਲ ਤੇ ਸਿਮਰਨਜੀਤ ਸਿੰਘ ਮਾਨ, ਇਹ ਦੋਨੋਂ ਰਿਜ਼ਾਈਨ ਕਰਨ। ਇਹ ਬੁਰੀ ਤਰ੍ਹਾਂ ਫੇਲ ਹੋਇਆ, ਇਹ ਕੌਮ 'ਚ ਏਕਤਾ ਕਰਨ 'ਚ ਫੇਲ ਹੋਇਆ, ਆਪਣੀ ਸਿੱਖ ਰਾਜਨੀਤੀ ਫੇਲ ਕਰ ਦਿੱਤੀ। ਅੱਜ ਪੰਥ ਦੀ ਸਰਕਾਰ ਨਹੀਂ, ਪੰਥ ਦਾ ਕਿਤੇ ਨਾਂ ਨਹੀਂ ਰਹਿ ਗਿਆ। ਚਾਹੇ ਸਰਕਾਰ ਅਕਾਲੀ ਦਲ ਦੀ ਸੀਗੀ, ਚਾਹੇ ਬਰਨਾਲਾ ਮੁੱਖ ਮੰਤਰੀ ਆ ਗਿਆ, ਚਾਹੇ ਬਾਦਲ ਸਾਹਿਬ ਆ ਗਏ, ਚਾਹੇ ਕੋਈ ਆ ਗਿਆ, ਹੈਗੀ ਤਾਂ ਪੰਥ ਸੀ ਨਾ, ਬਾਕੀ ਪੰਥ ਤਾਂ ਮਾੜਾ ਨਹੀਂ ਸੀ। ਇਹ ਦੋ ਲੀਡਰ ਰਿਜ਼ਾਈਨ ਕਰਨ, ਇਹਨਾਂ ਦੀ ਜਗ੍ਹਾ ਤੇ ਕੁਰਬਾਨੀ ਵਾਲੇ ਭਾਈ ਦਇਆ ਸਿੰਘ ਲਾਹੌਰੀਏ ਵਰਗੇ ਆਏ ਨੇ, ਭਾਪਾ ਆਇਆ ਜੇਲ੍ਹ 'ਚੋਂ 25 ਸਾਲ 27 ਸਾਲ ਬਾਅਦ ਆਇਆ, ਇਹਨਾਂ ਨੂੰ ਪ੍ਰਧਾਨ ਬਣਾਉਣ। ਇੱਕ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦੇਣ, ਇੱਕ ਨੂੰ ਮਾਨ ਦਲ ਦਾ ਪ੍ਰਧਾਨ ਬਣਾ। ਇਹ ਦੋਵੇਂ ਹੁਣ ਆਰਾਮ ਕਰ ਲੈਣ, ਰੈਸਟ ਕਰ ਲੈਣ, ਕੋਈ ਗੱਲ ਨਹੀਂ। ਜਦੋਂ ਕਿਤੇ ਜੇ ਇਹਨਾਂ ਰਾਜਨੀਤੀ ਕਰਨੀ ਹੈ ਤਾਂ ਜਾਂ ਇਹ ਫਿਰ ਪੰਥ ਦਾ ਖੜਾ ਛੱਡ ਦੇਣ, ਇਕੱਲੀ ਰਾਜਨੀਤੀ ਕਰ ਲੈਣ, ਪੰਥਕ ਨਾ ਕਹਾਣ ਆਪਣੇ ਆਪ ਨੂੰ। ਇਹ ਜਦ ਪੰਥ 'ਚ ਏਕਤਾ ਹੋ ਜਾਏਗੀ ਸਾਡੀ, ਕੋਈ ਘੱਟੋ ਘੱਟ ਜੇ ਅਸੀਂ ਛੋਟਾ ਜਿਹਾ ਪੰਜਾਬੀ ਸੂਬਾ ਲਿਆ ਹੈ ਤਾਂ ਅਕਾਲੀ ਸਰਕਾਰ ਬਣਾਉਣ ਲਈ ਅਸੀਂ ਅਕਾਲੀ ਸਰਕਾਰ ਤਾਂ ਬਣੇ ਜੀ। ਅਕਾਲੀ ਦਲ ਤਾਂ ਮਾੜਾ ਨਹੀਂ ਹੈ ਨਾ, ਇਹਦੇ ਵਿੱਚ ਸਾਨੂੰ ਕੋਈ ਲੀਡਰ ਚਾਹੀਦਾ ਕੁਰਬਾਨੀ ਵਾਲਾ। ਅੱਜ ਜਿਨ੍ਹਾਂ ਨੇ 25 ਮੈਂ ਭਾਈ ਦਇਆ ਸਿੰਘ ਲਾਹੌਰੀਆ ਨਾਲ ਜੇਲ੍ਹ 'ਚ ਰਿਹਾ 84 'ਚ, ਤੇ ਅਸੀਂ ਜਾਣਦੇ ਇੱਕ ਦੂਜੇ ਨੂੰ, ਸਾਡਾ ਬੜਾ ਪਿਆਰ ਹੈ ਤੇ ਸਾਨੂੰ ਪਤਾ ਉਹ ਕਿੱਦਾਂ ਦਾ ਬੰਦਾ ਹੈ। ਉਨੀ ਕੁਰਬਾਨੀ ਕਿਸੇ ਦੀ ਹੈ ਜਾਂ ਭਾਈ ਰਾਜੋ ਹੋਣਾ ਜਿੰਨੀ ਕੁਰਬਾਨੀ ਕਿਸੇ ਦੀ ਹੈ, ਜਿਨ੍ਹਾਂ ਨੇ ਉਹ ਦੁਸ਼ਟ ਸੋਧਿਆ, ਜਿਹਨੇ ਪੰਜਾਬ ਦਾ ਘਾਣ ਕਰਤਾ ਸੀ, ਉਹ ਜ਼ੁਲਮੋ ਸਿਤਮ ਬੰਦ ਕਰਾਤਾ ਭਾਈ ਦਿਲਾਵਰ ਸਿੰਘ ਤੇ ਭਾਈ ਰਾਜੋ ਹੋਣਾ ਤੇ ਸਾਥੀਆਂ ਨੇ, ਭਾਈ ਹਵਾਰਾ, ਭਾਈ ਤਾਰਾ, ਸਾਰੇ ਸਨਮਾਨਯੋਗ ਹੈ। ਤੇ ਅੱਜ ਉਹ ਜੇ ਬਾਹਰ ਆਏ ਹੈ ਉਹਨਾਂ 'ਚੋਂ ਕੁਛ, ਤਾਂ ਉਹਨਾਂ ਨੂੰ ਕੌਮ ਨੂੰ ਚਾਹੀਦਾ ਕਿ ਉਹਨਾਂ ਤੋਂ ਅਗਵਾਈ ਕਰਨ ਲੱਗੇ। ਉਹ ਬੇਦਾਗ ਬੰਦੇ ਆ, ਉਹਨਾਂ 'ਤੇ ਕੋਈ ਕਰਪਸ਼ਨ ਦਾ ਨਹੀਂ, ਕੋਈ ਉਹ ਪਿੱਠੂ ਨਹੀਂ ਸਰਕਾਰ ਦੇ, ਕੋਈ ਗਦਾਰ ਨਹੀਂ, ਕੋਈ ਏਜੰਸੀਆਂ ਦੇ ਬੰਦੇ ਨਹੀਂ, ਬਾਕੀ ਇਹਦੇ ਤਾਂ ਵੀ ਇਲਜ਼ਾਮ ਲੱਗਦੇ ਆ ਜੀ। ਤੇ ਇਹਦੇ ਪੰਥ ਦਾ ਭਲਾ ਹੋ ਸਕਦਾ, ਪੰਥ ਨੂੰ ਇਕੱਠੇ ਹੋਣਾ ਚਾਹੀਦਾ, ਪਰਵਾਹ ਨਹੀਂ ਬਾਕੀ ਕਰਨੀ ਚਾਹੀਦੀ, ਕੋਈ ਗੱਲ ਨਹੀਂ। ਇੱਥੇ ਤਾਂ ਦੋ ਸਿੰਘ ਰਹਿ ਗਏ ਸੀਗੇ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਤੇ ਉਹਨਾਂ ਨੇ ਸਿੱਖ ਰਾਜ ਕਾਇਮ ਕਰਤਾ ਸੀ। ਤੇ ਸਾਨੂੰ ਘਬਰਾਉਣਾ ਵੀ ਨਹੀਂ ਚਾਹੀਦਾ, ਲੜਾਂਗੇ, ਸਮਾਂ ਚੱਲਦਾ ਪਿਆ, ਕੋਈ ਗੱਲ ਨਹੀਂ। ਬਾਕੀ ਇਹ ਹੈ ਕਿ ਸਾਨੂੰ ਲੀਡਰ ਮਾੜੇ ਮਿਲੇ, ਅਸੀਂ ਲੀਡਰਲੈਸ ਹਾਂ ਜੀ। ਕਿਤੇ ਨਾ ਕਿਤੇ ਸਾਡੇ ਵਾਸਤੇ ਚਿੰਤਾਜਨਕ ਸਵਾਲ ਨੇ ਕਿ ਜਦੋਂ ਇਸ ਤਰ੍ਹਾਂ ਦੇ ਲੋਕਾਂ ਦੇ ਵੱਲੋਂ ਕਿਸੇ ਖਾਸ ਫਿਰਕੇ ਨੂੰ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਸਮੁੱਚੇ ਕਿਰਦਾਰ ਨੂੰ ਲੈ ਕੇ ਸਵਾਲ ਉਠਾਏ ਜਾਂਦੇ ਨੇ, ਤਾਂ ਜਿਹੜਾ ਇੱਕ ਸੱਚਾ ਹਿੰਦੂ ਹੈ ਜਾਂ ਸੱਚਾ ਮੁਸਲਮਾਨ ਹੈ, ਉਹਦੇ ਮਨ ਵਿੱਚ ਇੱਕ ਵਾਰ ਠੇਸ ਤਾਂ ਪੁੱਜਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਵਿਚਾਰਨਾ ਪਵੇਗਾ ਕਿ
ਅਜਿਹੇ ਲੋਕਾਂ ਤੋਂ ਦੂਰੀ ਕਿਸ ਤਰ੍ਹਾਂ ਬਣਾਈ ਜਾ ਸਕੇ, ਸਮਾਜਿਕ ਔਰ ਧਾਰਮਿਕ ਬਾਈਕਾਟ ਕਰਕੇ ਇਹਨਾਂ ਲੋਕਾਂ ਤੋਂ ਦੂਰੀ ਬਣਾ ਕੇ ਜਿਹੜੀਆਂ ਧਰਮਾਂ ਦੇ ਅੰਦਰ ਵੰਡੀਆਂ ਪਈਆਂ ਹੋਈਆਂ ਨੇ, ਜਿਹੜਾ ਆਪਸੀ ਭਾਈਚਾਰਾ ਕਾਇਮ ਰੱਖਣ ਦੀ ਜ਼ਰੂਰਤ ਹੈ, ਜਾਂ ਵੱਖ-ਵੱਖ ਲੀਡਰਾਂ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਨੇ, ਤਾਂ ਸਾਨੂੰ ਇਹਨਾਂ ਤਮਾਮ ਮਸਲਿਆਂ ਨੂੰ ਵਿਚਾਰਨਾ ਪਵੇਗਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ तमाम शख्सियतों ਨੂੰ ਲੈ ਕੇ तमाम विषयों की गलबात करके ਤੁਹਾਡੇ ਸਨਮਾਨ सन्मुख हाजिर होवांगे। धन्यवाद।